ਭਾਰਤ ਵਿੱਚ 2 ਕਰੋੜ ਤੋਂ ਵਧੇਰੇ ਅਪੰਗ ਵਿਅਕਤੀ ਨੇ ਜਿਨ੍ਹਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਨੇ ਜਦੋਂ ਉਹ ਆਪਣੇ ਘਰ ਤੋਂ ਬਾਹਰ ਜਾਂਦੇ ਨੇ, ਚਾਹੇ ਉਹ ਕਿਸੇ ਵਧੀਆ ਥਾਂ 'ਤੇ ਦੇਖਣ ਜਾਣ ਜਾਂ ਫਿਰ ਕਿਸੇ ਰੈਸਟੋਰੈਂਟ ਦੇ ਵਿੱਚ ਜਾਣ ਜਾਂ ਫਿਰ ਹਸਪਤਾਲਾਂ ਵਿੱਚ ਜਾਣ ਜਾਂ ਫਿਰ ਯੂਨੀਵਰਸਿਟੀ ਅਤੇ ਕਾਲਜਾਂ ਵਿੱਚ ਜਾਣ। ਤਰ੍ਹਾਂ ਤਰ੍ਹਾਂ ਦੀਆਂ ਦਿੱਕਤਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਦਿੱਕਤਾਂ ਦੇ ਹੱਲ ਵਾਸਤੇ ਕੁਝ ਜਿਹੜੇ ਵਿਦਿਆਰਥੀ ਨੇ ਉਹ ਜਾਗਰੂਕ ਹੋਏ ਨੇ, ਜਿਨ੍ਹਾਂ ਨੇ ਚੰਡੀਗੜ੍ਹ ਵਿੱਚ ਇੱਕ ਸਰਵੇ ਕੀਤਾ। ਵਿਦਿਆਰਥੀ ਸਾਡੇ ਨਾਲ ਨੇ, +1 ਅਤੇ +2 ਦੇ ਵਿਦਿਆਰਥੀ ਨੇ। ਇਹਨਾਂ ਨਾਲ ਗੱਲ ਕਰਦੇ ਹਾਂ ਕਿ ਕਿਹਦੇ ਮਨ ਦੇ ਵਿੱਚ ਖਿਆਲ ਆਇਆ ਕਿ ਅਪੰਗ ਵਿਦਿਆਰਥੀਆਂ ਦੀ ਅਪੰਗ ਵਿਅਕਤੀਆਂ ਦੀ ਹਰ ਤਰ੍ਹਾਂ ਦੀ ਹੈਲਪ ਕੀਤੀ ਜਾਵੇ। ਹਾਂਜੀ, ਕੀ ਨਾਂ ਤੁਹਾਡਾ ਅਤੇ ਸਕੂਲ ਦਾ ਨਾਂ ਕੀ ਹੈ? ਮਾਨਵੀ ਲੌਂਗੀਆ ਦੀਕਸ਼ਾਂਤ ਇੰਟਰਨੈਸ਼ਨਲ ਸਕੂਲ। ਅਤੇ ਕਿਹਦਾ ਕਨਸੈਪਟ ਸੀ ਜਿਹੜਾ ਤੁਸੀਂ ਸਰਵੇ ਕੀਤਾ ਅਤੇ ਸਰਵੇ ਕਿਸ ਤਰ੍ਹਾਂ ਦਾ ਹੋਇਆ? ਸਾਡੇ ਸਕੂਲ 'ਚ ਅਸੀਂ ਸਭ ਨੇ ਹੋਪ ਕਲੱਬ ਫਾਰਮ ਕੀਤਾ ਹੋਇਆ, ਜਿੱਥੇ ਅਸੀਂ ਕੁਛ ਨਾ ਕੁਛ ਕਰਦੇ ਰਹਿੰਦੇ ਹਾਂ ਸੋਸ਼ਲ ਪ੍ਰੋਸਪੈਰਿਟੀ ਲਈ, ਤਾਂ ਕਿ ਅਸੀਂ ਸਮਾਜ ਲਈ ਕੁਝ ਕਰ ਸਕੀਏ। ਅਤੇ ਸਭ ਤੋਂ ਵੱਡੀ ਸਪੋਰਟ ਸਾਡੇ ਸਕੂਲ ਦੇ, ਕਿਉਂਕਿ ਅਸੀਂ ਜਦ ਵੀ ਸਾਨੂੰ ਕੁਝ ਆਈਡੀਆ ਆਉਂਦਾ ਸਾਨੂੰ ਬਹੁਤ ਹੀ ਚੰਗੀ ਸਪੋਰਟ ਮਿਲਦੀ ਹੈ ਅਤੇ ਉਸ ਇਨੀਸ਼ੀਏਟਿਵ ਨੂੰ ਸ਼ੁਰੂ ਕਰਨ ਦਾ ਹੱਕ ਮਿਲਦਾ। ਅਤੇ ਇਸ ਕਰਕੇ ਅਸੀਂ ਇਹ ਇਨੀਸ਼ੀਏਟਿਵ ਸ਼ੁਰੂ ਕੀਤਾ। ਅਸੀਂ ਨੋਟਿਸ ਕੀਤਾ ਕਿ ਇਹ ਬਹੁਤ ਹੀ ਵੱਡੀ ਪ੍ਰੋਬਲਮ ਹੈ ਡਿਸੇਬਲਡ ਪੀਪਲ ਲਈ। ਅਸੀਂ ਆਪਣੀ ਫੈਮਿਲੀ 'ਚ ਨੋਟਿਸ ਕਰਦੇ ਹਾਂ, ਪਬਲਿਕ 'ਚ ਅਸੀਂ ਜਾਂਦੇ ਹਾਂ, ਆਪਾਂ ਹਮੇਸ਼ਾ ਨੋਟਿਸ ਕਰਦੇ ਹਾਂ ਕਿ ਕੋਈ ਡਿਸੇਬਲਡ ਹੈ, ਉਸਨੂੰ ਸਾਰੇ ਕਿੱਦਾਂ ਦੇਖ ਰਹੇ ਹਾਂ ਜਾਂ ਉਹਨੂੰ ਕਿੰਨੀ ਦਿੱਕਤ ਆ ਰਹੀ ਹੈ ਅਤੇ ਉਹ ਕਿਸੇ ਬਿਨਾਂ ਬਾਹਰ ਨਿਕਲ ਹੀ ਨਹੀਂ ਸਕਦੇ। ਅਤੇ ਇਸੀ ਚੀਜ਼ ਨੂੰ ਮਾਇਨੇ ਰੱਖਦੇ ਹੋਏ ਅਸੀਂ ਸੋਚਿਆ ਕਿ ਅਸੀਂ ਇਸ ਪ੍ਰੋਜੈਕਟ 'ਤੇ ਕੰਮ ਕਰਨਾ ਹੈ। ਅਤੇ ਇੱਦਾਂ ਹੀ ਅਸੀਂ ਸਰਵੇ ਕੀਤਾ। ਫਿਰ ਸਰਵੇ ਦੇ ਥਰੂ ਹੁਣ ਅਸੀਂ ਇੱਥੇ ਤੱਕ ਪਹੁੰਚੇ ਹਾਂ ਅਤੇ ਅਸੀਂ ਉਮੀਦ ਰੱਖਦੇ ਵੀ ਅੱਗੇ ਵੀ ਅਸੀਂ ਕੁਝ ਵੱਡਾ ਕਰੀਏ। ਇੰਡੀਆ ਦੇ ਵਿੱਚ ਕਿੰਨੀ ਕੁ ਗਿਣਤੀ ਹੈ ਅਪੰਗ ਵਿਅਕਤੀਆਂ ਦੀ? ਅਰਾਊਂਡ 2.68 ਕਰੋੜ ਪੀਪਲ ਹੈ ਉਹ ਜਿਹੜੇ ਡਿਸੇਬਲਡ ਨੇ, ਅਤੇ ਬਹੁਤ ਹੀ ਵੱਡਾ ਨੰਬਰ ਹੈ ਦੇਖਿਆ ਜਾਏ ਤਾਂ। ਅਤੇ ਉਹ ਵੀ ਸਾਡੇ ਵਰਗੀ ਲਾਈਫ ਡਿਜ਼ਰਵ ਕਰਦੇ ਨੇ, ਕਿਉਂਕਿ ਉਹ ਡਿਸੇਬਲਡ ਆਪਣੀ ਮਰਜ਼ੀ ਨਾਲ ਨਹੀਂ ਹੈਗੇ, ਇਹ ਨੈਚੁਰਲ ਹੈ ਅਤੇ ਉਹ ਕਿਸੇ ਦੇ ਹੱਥ 'ਚ ਨਹੀਂ ਹੈਗਾ। ਅਤੇ ਉਹਨਾਂ ਨੂੰ ਉਹ ਨੋਰਮਲ ਲਾਈਫ ਦੇਣ ਲਈ ਅਸੀਂ ਇੱਕ ਸਟੈਪ ਲਿੱਤਾ ਹੈ ਤਾਂ ਕਿ ਅਸੀਂ ਕੁਝ ਸੋਲਵ ਕਰ ਸਕੀਏ। ਬਿਕੋਜ਼ ਆਪਾਂ ਬਾਹਰ ਕਿਤੇ ਵੀ ਜਾਂਦੇ ਹਾਂ, ਆਪਾਂ ਕਈ ਵਾਰ ਨਹੀਂ ਹੈਲਪ ਕਰਦੇ ਸਾਨੂੰ, ਅਸੀਂ ਸਿਰਫ ਆਪਣੀ ਪ੍ਰੋਬਲਮ ਤੱਕ ਮਾਇਨੇ ਰੱਖਦੇ ਹਾਂ, ਉਹ ਸੋਲਵ ਕਰ ਲਈ। ਉਹਨਾਂ ਦੀ ਪ੍ਰੋਬਲਮ ਕੀ, ਤਾਂ ਉਸ ਚੀਜ਼ ਲਈ ਆਪਾਂ ਇੱਕ ਸੋਸ਼ਲ ਚੇਂਜ ਲਿਆਉਣਾ ਚਾਹ ਰਹੇ ਹਾਂ। ਅਤੇ ਕਿੱਥੋਂ ਤੁਹਾਨੂੰ ਪ੍ਰੇਰਨਾ ਮਿਲਦੀ ਹੈ? ਇਹ ਤੁਹਾਡੇ ਸਕੂਲ ਦੇ ਪ੍ਰਬੰਧਕ ਕਹਿੰਦੇ ਨੇ ਜਾਂ ਇਸ ਤੋਂ ਇਲਾਵਾ ਹੋਰ ਕਿਸ ਤਰ੍ਹਾਂ ਦੇ ਸਮਾਜ ਸੇਵੀ ਕੰਮ ਤੁਸੀਂ ਕਰਦੇ ਹੋ? ਸਾਡੇ ਸਕੂਲ ਦੀ ਬਹੁਤ ਸਪੋਰਟ ਹੈ। ਅਸੀਂ ਆਪਣਾ ਆਈਡੀਆ ਦਿੱਤਾ ਅਤੇ ਉਹਨਾਂ ਨੇ ਸਾਡੇ ਲਈ ਪ੍ਰੈਸ ਕਾਨਫਰੰਸ ਅਸੀਂ ਅਰੇਂਜ ਕੀਤੀ, ਕਿਉਂਕਿ ਸਾਡੇ ਲਈ ਵੀ ਪੋਸੀਬਲ ਨਹੀਂ ਹੈਗਾ ਇੰਨੇ ਵੱਡੇ ਸਕੇਲ 'ਤੇ ਔਰਗੇਨਾਈਜ਼ ਕਰਨਾ। ਅਤੇ ਬਹੁਤ ਵਧੀਆ ਤਰ੍ਹਾਂ ਸਾਡੇ ਸਕੂਲ ਨੇ ਸਾਡਾ ਸਾਥ ਦਿਆ। ਉਹਨਾਂ ਨਾਲ ਅਸੀਂ ਆ ਕੇ ਅਤੇ ਸਾਡੇ ਟੀਚਰਸ ਜੋ ਸਾਨੂੰ ਇੰਸਪਾਇਰ ਕਰਦੇ ਨੇ ਕਿ ਸਾਨੂੰ ਇਹ ਸਟੈਪ ਲੈਣਾ ਚਾਹੀਦਾ, ਕਿਉਂਕਿ ਬੱਚੇ ਹੋਣ 'ਤੇ ਸਾਡੀ ਆਪਣੀ ਪੜ੍ਹਾਈ ਹੈ ਅਤੇ ਅਸੀਂ ਉਹਨਾਂ ਸਟੈਪ ਵੱਡਾ ਨਹੀਂ ਲੈ ਸਕਦੇ। ਪਰ ਮੈਂ ਕਹਿਣਾ ਚਾਹੂੰਗੀ ਕਿ ਸਾਡੇ ਸਕੂਲ ਦੀ ਮਦਦ ਨਾਲ ਅਸੀਂ ਅੱਜ ਇੱਥੇ ਤੱਕ ਆਏ ਹਾਂ ਅਤੇ ਅਸੀਂ ਹੋਪ ਕਰਦੇ ਹਾਂ ਵੀ ਅੱਗੇ ਵੀ ਵੱਡਾ ਸਟੈਪ ਅਸੀਂ ਲੈ ਸਕੀਏ। ਠੀਕ ਹਾਂ ਜੀ, ਤੁਸੀਂ ਸਰਵੇ ਕੀਤਾ, ਕਿੱਥੇ ਕਿੱਥੇ ਗਏ ਤੁਸੀਂ? ਕਿਹੜੀਆਂ ਤੁਹਾਨੂੰ ਘਾਟਾਂ ਮਹਿਸੂਸ ਹੋਈਆਂ? हम लोगों ने चंडीगढ़ में सर्वे किया है। चंडीगढ़ के हम सरकारी दफ्तरों में गए, पार्क्स में गए, सुखना लेक में गए, रेस्टोरेंट्स में गए जहाँ, तो वहाँ पे हमने देखा कि रैम्प्स नहीं है, कहीं नहीं है रैम्प्स, बहुत कम रेस्टोरेंट्स, 80 में से सिर्फ 2 रेस्टोरेंट्स थे जहाँ पे रैम्प्स थे। पर अगर जैसे हमने सरकारी दफ्तरों में देखा, अगर सरकारी दफ्तरों में ही रैम्प्स नहीं है तो हम रेस्टोरेंट्स के कैसे एक्सपेक्ट कर सकते हैं कि वो लोग वहाँ पे रैम्प्स रखें? तो रैम्प्स नहीं थे। और कहीं जगह जहाँ पे टॉयलेट्स भी नहीं थे डिसेबल्ड लोगों के लिए, कई जगह जहाँ टॉयलेट्स थे जो क्लेम करते थे कि हाँ हमारे पास टॉयलेट्स हैं, पर उनका जो दरवाज़ा था वो इतना चौड़ा नहीं था कि उधर एक व्हीलचेयर भी अंदर जा सके। तो इन टॉयलेट्स का कोई फ़ायदा ही नहीं है, वो उनके लिए तो इस्तेमाल में आ ही नहीं रहे हैं, बस वो हैं कि नाम के उन्होंने बनाए गए हैं उधर टॉयलेट्स। तो मतलब ना सरकारी दफ्तरों में ये चीज़ देखी गई, ना प्राइवेट जगह पे देखी गई। तो ये है कि हम इन जगहों में चेंज लाना चाहते हैं। तो ये चेंज सरकारी दफ्तरों से अगर शुरू होएगा तभी प्राइवेट जगह पे पहुँचेगा। ਤੁਸੀਂ ਜਿਹੜਾ ਸਰਵੇ ਕੀਤਾ, ਤੁਹਾਡਾ ਨਾਂ ਕੀ ਹੈ? ਅਨਵੇਸ਼ਾ। ਹਾਂ, ਜਿਹੜਾ ਸਰਵੇ ਕੀਤਾ ਇਹਦੇ ਰਾਹੀਂ ਕੀ ਮੈਸੇਜ ਤੁਸੀਂ ਦੇਣਾ ਚਾਹੁੰਦੇ ਹੋ? ਤੇ ਅਸੀਂ ਜੇ ਸਰਵੇ ਕੀਤਾ, ਅਸੀਂ ਇੰਨੇ ਡਿਸਟਰਬਿੰਗ ਰਿਜ਼ਲਟਸ ਪਾਤੇ ਕਿ ਸਿਰਫ 80 ਵਿੱਚ 2 ਜਗ੍ਹਾ ਵਿੱਚ ਟॉयलेट ਸੀਗਾ। ਤੇ ਉਸ ਤੇ ਮੈसेज है कि पहली बात तो जो बिल्डिंग कोड बदला था वो कभी बदलना नहीं चाहिए था, वो हमेशा इसलिए रहना चाहिए था कि रेस्टोरेंट्स में हमेशा ज़रूरी होए। और मतलब ये है कि आप उन लोगों को हमेशा दूसरी आंख से देखते हो, आप उनको नॉर्मली नहीं देखते हो। सबसे बड़ी बात है उनको नॉर्मली देखो और ये मतलब उन पे तरस मत खाओ, इनफैक्ट उनकी हेल्प करो। हम लोग हमेशा कंप्लेन करते रहते हैं कि ये प्रॉब्लम है इंडिया में, ये प्रॉब्लम है, पर कभी कुछ करते नहीं है। तो कंप्लेनिंग की जगह कुछ एक्चुअली करो, चेंज लाने की कोशिश करो। ਜਿਸ ਤਰ੍ਹਾਂ ਆਪਣੇ ਸਮਾਜ ਦੀ ਸਿੱਖੀ ਹੈ, ਮਾਨਸਿਕਤਾ ਹੈ, ਜਿਸ ਤਰ੍ਹਾਂ ਗਲਤ ਸ਼ਬਦ ਵਰਤੇ ਜਾਂਦੇ ਨੇ, ਲੰਗੜਾ, ਡੁੱਡਾ, ਹੋਰ ਇਹ 'ਤੇ ਵੀ ਰੋਕ ਲੱਗਣੀ ਚਾਹੀਦੀ ਹੈ। ਕੀ ਮਹਿਸੂਸ ਕੀਤਾ ਸਰਵੇ ਦੌਰਾਨ? ਬਿਲਕੁਲ, ਇਹ ਤਾਂ ਬਿਲਕੁਲ ਹੈਗਾ। ਮਤਲਬ ਅਸੀਂ ਜੇ ਕਮਿਊਨਿਟੀ ਦੇ ਲੋਕਾਂ ਨਾਲ ਗੱਲ ਕੀਤੀ, ਨੋਰਮਲ ਲੋਕਾਂ ਨਾਲ ਔਰ ਸਭ ਨਾਲ ਗੱਲ ਕੀਤੀ ਇਨ ਜਨਰਲ, ਅਤੇ ਉਹਨਾਂ ਨੇ ਵੀ ਇਹੀ ਬੋਲਾ ਕਿ ਉਹਨੂੰ ਇਸ ਕੌਜ਼ ਦੇ ਲਈ ਲੱਗਦਾ ਹੈ, बट वो कभी कुछ कर नहीं पाए इस बारे में। मतलब उन्हें हमेशा लगता रहा कि उनकी लाइफ नॉर्मल होनी चाहिए, बट कभी कुछ करा नहीं। तो असी चाह रहा साडा पूरा क्लब 30 लोगों का
ਸਾਡਾ यही मकसद था कि ਜਿਨ੍ਹਾਂ ਨੂੰ ਲੱਗਦਾ ਹੈ ਉਹ ਸਾਡੇ ਨਾਲ ਜੁੜੇ ਔਰ ਐਕਚੁਅਲੀ ਕੁਝ ਬਦਲਾਵ ਲਾਏ। ਕਿੰਨੇ ਕੁ ਲੋਕ ਜੁੜ ਗਏ ਤੁਹਾਡੇ ਨਾਲ, ਹੁਣ ਕੋਈ ਪਿਆ ਅਸਰ ਇਸ ਗੱਲ ਦਾ? ਹਾਂਜੀ, ਤੇ ਸਾਡੇ क्लब 'ਚ 30 मेंबर हैगे, बट उसके अलावा हमारा जो पिटिशन था उस पर 7200 सिग्नेचर्स है, मतलब 7000 से ऊपर लोगों ने हमारा पिटिशन साइन करा है। तो मतलब 7000 से ज़्यादा लोग हमारे उसमें विश्वास रखते हैं कि साडा कॉज इंपॉर्टेंट है। ਜਿਹੜੇ ਸਿਗਨੇਚਰ ਕੀਤੇ ਨੇ ਇਹ ਤੁਸੀਂ ਕਿਹੜੀ ਅਥਾਰਟੀ ਨੂੰ ਭੇਜਣੇ ਨੇ? हाँ, तो उत्थे एक डिसीजन मेकर ਦਾ ਹੁੰਦਾ ਹੈ, ਤੇ ਅਸੀਂ ਉੱਥੇ ਬਿਊਰੋ ਆਫ ਇੰਡੀਅਨ ਸਟੈਂਡਰਡਸ ਨੂੰ ਡਾਲਿਆ ਸੀ जो एक्चुअली बिल्डिंग कोड ਨੂੰ लिखते हैं, तो जिन्होंने ये बदलाव लाए थे, तो हमने सीधा उनके पास ईमेल जाती है कि इतने सिग्नेचर्स हो गए, बट अभी तक हमारे पास कोई जवाब नहीं आया है। ਤੁਸੀਂ ਇਸ ਗੱਲ ਨੂੰ ਅੱਗੇ ਵੀ ਜਾਰੀ ਰੱਖੋਗੇ? ਕੀ ਕਨਸੈਪਟ ਆ, ਕਿੱਥੇ ਤੱਕ ਗੱਲ ਤੁਸੀਂ ਲਿਜਾਣਾ ਚਾਹੁੰਦੇ ਹੋ? हाँ जी, हम ਨਾਂ ਵੀ ਦੱਸ। मेरा नाम वेदांत है और हाँ, हम हमेशा चाहेंगे कि ये आगे बढ़ते रहे। अगर ये वाला हमारा हो भी जाए, ये बिल्डिंग कोड चेंज हो भी जाए, तब भी हमारे पास बहुत सारा काम होएगा जो हम कर सकते हैं। जैसे प्रेजेंटेशन में था, हम चाहते हैं कि ऐप या फिर एक वेबसाइट और एक वेबसाइट बनाना जिसमें वो डिफरेंटली एबल लोग देख सकें कि कहाँ पे वो जा सकते हैं जहाँ पे ऑलरेडी रैंप और टॉयलेट का प्रबंध है। और हम ये भी चाहते हैं कि हम फंड रेजर स्टार्ट करें ताकि जिनको ज़रूरत है और जो कि अफोर्ड नहीं कर सकते, हम उनको व्हील चेयर्स डोनेट कर सकें। तो ये हमारा एक फ्यूचर प्लान है। अगर ये नहीं भी होता है हम इसके साथ करते रहेंगे, लेकिन हम इस मकसद को, हम इस बिल्डिंग कोड को भी आगे करते रहेंगे कि ये चेंज हो। ਤੇ ਤੁਹਾਡੀ ਸਕੂਲ ਦੀ ਪੜ੍ਹਾਈ ਤਕਰੀਬਨ ਮੁਕੰਮਲ ਹੋਣ ਵਾਲੀ ਹੈ, ਇਸ ਤੋਂ ਬਾਅਦ ਵੀ ਕਲੱਬ ਐਕਟਿਵ ਰਹੇਗਾ? हाँ जी, जैसे प्रेसिडेंट 12th में है वो अगले साल चली जाएंगी, लेकिन ऐसा नहीं है कि वो अब छोड़ देंगी, वो तब भी इस क्लब में काम करेंगी। ये क्लब स्कूल का ही हिस्सा नहीं है, लेकिन ये हमारी लाइफ का हिस्सा बन गया है। तो अगर हम स्कूल में नहीं भी होंगे, हम इस क्लब में मदद कर रहे होंगे। ਤੇ ਵੱਖ-ਵੱਖ ਸਟੇਟਾਂ ਵਿੱਚ, ਵੱਖ-ਵੱਖ ਸ਼ਹਿਰਾਂ ਵਿੱਚ ਵੀ ਇਹਦੀਆਂ ਇਕਾਈਆਂ ਬਣਾਓਗੇ ਤੁਸੀਂ ਕਲੱਬ ਦੀ? कि हम डिफरेंट ब्रांचेस, हम चाहते हैं कि हम दूसरे लोगों के, दूसरे शहरों में स्कूल्स के साथ हम कोलैबोरेट करें और उनको भी हमारे गोल में लेकर आएँ। उनसे उनके वॉलंटियर्स जो होंगे वो भी, जैसे हमारी ऐप अगर बननी है तो वहाँ का डाटा कलेक्ट कर सकते हैं, वो वहाँ का देख सकते हैं कि कहाँ पे व्हील चेयर्स और उसकी प्रबंध है। तो हम यही चाहेंगे कि पूरे इंडिया में हम चाहते हैं कि हम कनेक्ट करके और वॉलंटियर्स को हमारे क्लब में लेकर आएँ। ਸੋ ਇੱਕ ਸਕੂਲ ਦੇ ਵਿਦਿਆਰਥੀਆਂ ਦਾ ਵੱਡਾ ਉਪਰਾਲਾ ਹੈ ਸਪੈਸ਼ਲ ਵਿਅਕਤੀਆਂ ਲਈ ਕਿ ਉਹਨਾਂ ਦੀ ਹਰ ਤਰ੍ਹਾਂ ਦੀ ਹੈਲਪ ਕੀਤੀ ਜਾਵੇ, ਕਿਉਂਕਿ ਇਹਨਾਂ ਨੇ ਇੱਕ ਸਰਵੇ ਕੀਤਾ ਚੰਡੀਗੜ੍ਹ ਦੇ ਵਿੱਚ ਜਿੱਥੇ ਸਪੈਸ਼ਲ ਵਿਅਕਤੀਆਂ ਲਈ ਨਾ ਵੀਲ ਚੇਅਰ ਦਾ ਪ੍ਰਬੰਧ ਆ, ਨਾ ਰੈਂਪ ਬਣੇ ਹੋਏ ਨੇ, ਨਾ ਪ੍ਰੋਪਰ ਟਾਇਲਟ ਬਣੇ ਨੇ। ਸੋ ਇੱਕ ਮੈਸੇਜ ਵੱਡਾ ਹੈ, ਇਸ ਮੈਸੇਜ ਦਾ ਅਸਰ ਪ੍ਰਸ਼ਾਸਨ ਅਤੇ ਸਰਕਾਰਾਂ 'ਤੇ ਕਿੰਨਾ ਕੁ ਹੋਏਗਾ ਇਹ ਵੇਖਣਾ ਹੋਏਗਾ। ਕੈਮਰਾਮੈਨ ਨਰਿੰਦਰ ਦੇ ਨਾਲ ਦਰਸ਼ਨ ਸਿੰਘ ਕੁੱਕਰ, ਚੰਡੀਗੜ੍ਹ। ਗੁਰੂ ਸਮੀਰ ਜੀ, ਤੁਹਾਡੇ ਸ਼ਹਿਰ 'ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਦੇਖੋ। ਦੇਸ਼ ਵਿਦੇਸ਼ ਬੈਠੇ ਸਾਨੂੰ WhatsApp ਤੇ ਵੀ ਕਾਲ ਕਰ ਸਕਦੇ ਆ। ਘਰ ਬੈਠੇ 11 ਮਿੰਟਾਂ 'ਚ 101% ਗਰੰਟੀ ਨਾਲ ਵਸ਼ੀਕਰਨ ਅਤੇ ਮੁੱਠਕਰਨੀ ਦੇ ਮਾਹਰ। ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ ਕਹਿੰਦੇ ਨਹੀਂ, ਕਰਕੇ ਦਿਖਾਉਂਦੇ ਆ। ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਬਰਕਤ, ਔਲਾਦ ਕਹਿਣੇ ਤੋਂ ਬਾਹਰ ਹੋਣਾ, ਕੋਰਟ ਕੇਸ, ਤਲਾਕ, ਪ੍ਰੋਪਰਟੀ ਡਿਸਪਿਊਟ, ਗੁਪਤ ਰੋਗ, ਪੁਰਾਣਾ ਦਰਦ, ਪਤੀ ਪਤਨੀ 'ਚ ਅਣਬਣ, ਜਾਦੂ ਟੋਣਾ, ਮਨਮੋਹਣੀ, ਵਸ਼ੀਕਰਨ ਕਰਵਾਓ ਜਾਂ ਤੁੜਵਾਓ। ਸੋਤਨ ਦੁਸ਼ਮਣ ਤੋਂ ਛੁਟਕਾਰਾ ਸਦਾ ਲਈ, ਰੁੱਸੇ ਨੂੰ ਮਨਾਉਣਾ, ਪਿਆਰ, ਮੁਹੱਬਤ। ਸੰਪਰਕ ਕਰੋ 9958635478।